भाजी नमस्ते। मैं विक्रांत ऑटोमोबाइल ट्रेनर सरकारी सीनियर सैकेंडरी स्कूल दतारपुर ਵਿੱਚ कार्यरत ਹਾਂ। ਅਸੀਂ ਅੱਜ ਜਿਸ ਵਿਸ਼ੇ 'ਤੇ ਗੱਲ ਕਰ ਰਹੇ ਹਾਂ ਉਸ ਦਾ ਨਾਮ ਹੈ ਟਾਇਰ ਅਤੇ ਟਿਊਬ ਦੀ ਨਿਯਮਿਤ ਦੇਖਭਾਲ। ਇਸ ਵਿੱਚ ਪਹੀਆ ਇਸ ਦਾ ਮੇਨ ਪਾਰਟ ਹੈ ਜਿਸ ਦੇ ਬਾਰੇ ਅਸੀਂ ਗੱਲ ਕਰਨੇ ਹਾਂ। ਪਹੀਆ ਆਟੋਮੋਬਾਈਲ ਦਾ ਇੱਕ ਖਾਸ ਅਤੇ ਬਹੁਤ ਹੀ ਮਹੱਤਵਪੂਰਨ ਪਾਰਟ ਹੈ ਜੋ ਕਿ ਵਾਹਨ ਨੂੰ ਚੱਲਣ ਦੇ ਵਿੱਚ ਮਦਦ ਕਰਦਾ ਹੈ। ਪਹੀਏ ਤੋਂ ਬਿਨਾਂ ਅਸੀਂ ਵਾਹਨ ਨੂੰ ਚਲਾਉਣ ਬਾਰੇ ਸੋਚ ਵੀ ਨਹੀਂ ਸਕਦੇ ਕਿਉਂਕਿ ਪਹੀਆ ਹੀ ਸੜਕ ਦੇ ਨਾਲ ਟੱਚ ਹੋ ਕੇ ਗੱਡੀ ਨੂੰ ਚੱਲਣ ਦੇ ਵਿੱਚ ਮਦਦ ਕਰਦਾ ਹੈ। ਪਹੀਆ ਵੱਖ-ਵੱਖ ਪਾਰਟਸ ਜਿਵੇਂ ਰਿਮ, ਹੱਬ, ਡਿਸਕ, ਤਾਰਾਂ, ਟਾਇਰ ਅਤੇ ਟਿਊਬ ਤੋਂ ਮਿਲ ਕੇ ਬਣਦਾ ਹੈ। ਇਹ ਵਾਹਨ ਦਾ ਵਜ਼ਨ ਸਹਿਣ ਕਰਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਲੋਡ ਜਿਵੇਂ ਟਰਨਿੰਗ ਫੋਰਸ, ਕੋਰਨਰਿੰਗ ਫੋਰਸ ਆਦਿ ਵੀ ਸਹਿਣ ਕਰਦਾ ਹੈ। ਟਾਇਰ ਵੀਲ ਦਾ ਸਾਨੂੰ ਲਾਸਟ ਥਲਕਾ ਹਿੱਸਾ ਹੁੰਦਾ ਹੈ ਜੋ ਕਿ ਜ਼ਮੀਨ ਨਾਲ ਟੱਚ ਕਰਦਾ ਹੈ। ਟਾਇਰ ਦੋ ਤਰ੍ਹਾਂ ਦੇ ਹੁੰਦੇ ਹਨ, ਟਿਊਬ ਵਾਲਾ ਟਾਇਰ ਔਰ ਟਿਊਬਲੈਸ ਟਾਇਰ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਟਿਊਬ ਵਾਲੇ ਟਾਇਰ ਦੀ। ਟਿਊਬ ਵਾਲਾ ਟਾਇਰ ਇੱਕ ਪਾਰੰਪਰਿਕ ਕਿਸਮ ਦੇ ਟਾਇਰ ਹੁੰਦੇ ਹਨ। ਇਸ ਦੇ ਵਿੱਚ ਇੱਕ ਰਬੜ ਦੀ ਟਿਊਬ ਫਿੱਟ ਹੁੰਦੀ ਹੈ। ਇਸ ਟਿਊਬ ਦੇ ਵਿੱਚ ਹੀ ਪ੍ਰੈਸ਼ਰਾਈਜ਼ ਹਵਾ ਭਰੀ ਜਾਂਦੀ ਹੈ। ਟਾਇਰ ਜੋ ਕਿ ਸਿੰਥੈਟਿਕ ਰਬੜ ਦਾ ਬਣਿਆ ਹੁੰਦਾ ਹੈ ਰੋਡ ਉੱਤੇ ਰੋਲ ਕਰਦਾ ਹੈ ਜਿਸ ਦੀ ਸਹਾਇਤਾ ਨਾਲ ਹੀ ਜਿਹੜਾ ਵਾਹਨ ਹੈ ਉਹ ਅੱਗੇ ਚੱਲਦਾ ਹੈ। ਟਾਇਰ ਦੇ ਥਲਕੇ ਹਿੱਸੇ ਵਿੱਚ ਖਾਸ ਤਰ੍ਹਾਂ ਦੇ ਡਿਜ਼ਾਈਨ ਬਣੇ ਹੁੰਦੇ ਹਨ। ਇਹ ਡਿਜ਼ਾਈਨ ਨੂੰ ਟਰੀਡ ਕਿਹਾ ਜਾਂਦਾ ਹੈ। ਇਸ ਡਿਜ਼ਾਈਨ ਦਾ ਫੰਕਸ਼ਨ ਇਹ ਹੈ ਕਿ ਇਹ ਪਹੀਏ ਦੀ ਅਤੇ ਜ਼ਮੀਨ ਨਾਲ ਪਕੜ ਬਹੁਤ ਹੀ ਮਜ਼ਬੂਤ ਬਣਾਉਂਦੇ ਹਨ ਤਾਂ ਕਿ ਇਹ ਫਿਸਲਣ ਤੋਂ ਜਾਂ ਸਕਿਡ ਹੋਣ ਤੋਂ ਇਸ ਨੂੰ ਵਾਹਨ ਨੂੰ ਰੋਕਿਆ ਜਾ ਸਕੇ। ਟਾਇਰ ਦੇ ਅੰਦਰਲੇ ਪਾਸੇ ਤਾਰਾਂ ਦੀ ਇੱਕ ਪੱਟੀ ਬਣੀ ਹੁੰਦੀ ਹੈ ਜਿਸ ਨੂੰ ਬਰੀਡ ਕਿਹਾ ਜਾਂਦਾ ਹੈ ਜੋ ਕਿ ਟਾਇਰ ਨੂੰ ਹੋਰ ਵੀ ਮਜ਼ਬੂਤ ਬਣਾਉਂਦੇ ਹਨ ਅਤੇ ਉਸ ਦੀ ਪਕੜ ਰਿਮ ਦੇ ਨਾਲ ਜ਼ਿਆਦਾ ਮਜ਼ਬੂਤ ਕਰਦੇ ਹਨ। ਦੂਸਰੀ ਅਸੀਂ ਗੱਲ ਕਰਾਂਗੇ ਟਿਊਬਲੈਸ ਟਾਇਰ। ਟਿਊਬਲੈਸ ਟਾਇਰ ਵੀ ਜੋ ਹੈ ਪਾਰੰਪਰਿਕ ਟਾਇਰ ਵਰਗੇ ਹੁੰਦੇ ਹਨ। ਇਸ ਵਿੱਚ ਸਿਰਫ ਮੇਨ ਜਿਹੜਾ ਡਿਫਰੈਂਸ ਹੈ ਉਹ ਹੈ ਕਿ ਇਸ ਵਿੱਚ ਟਿਊਬ ਨਹੀਂ ਹੁੰਦੀ। ਇਸ ਵਿੱਚ ਜੋ ਪ੍ਰੈਸ਼ਰਾਈਜ਼ ਹਵਾ ਹੈ ਉਹ ਸਿੱਧੀ ਹਵਾ ਜਿਹੜੀ ਹੈ ਟਾਇਰ ਦੇ ਵਿੱਚ ਭਰੀ ਜਾਂਦੀ ਹੈ। ਇਸ ਟਾਇਰ ਦੇ ਵਿੱਚ ਇੱਕ ਨੋਨ ਰਿਟਰਨ ਵਾਲਵ ਲੱਗਾ ਹੁੰਦਾ ਹੈ ਜਿਸ ਦੇ ਰਾਹੀਂ ਹਵਾ ਜਿਹੜੀ ਟਾਇਰ ਦੇ ਵਿੱਚ ਭਰੀ ਜਾਂਦੀ ਹੈ ਅਤੇ ਹਵਾ ਜਿਹੜੀ ਹੈ ਉਹ ਟਾਈਮ ਟੂ ਟਾਈਮ ਨਹੀਂ ਨਿਕਲਦੀ। ਹੁਣ ਅਸੀਂ ਗੱਲ ਕਰਾਂਗੇ ਅੱਗੇ ਟਿਊਬਲੈਸ ਟਾਇਰ ਦੇ ਫਾਇਦੇ। ਟਿਊਬਲੈਸ ਟਾਇਰ ਦੇ ਬਹੁਤ ਸਾਰੇ ਫਾਇਦੇ ਹਨ। ਪਹਿਲਾ ਫਾਇਦਾ ਇਹ ਹੈ ਕਿ ਇਹ ਵੇਟ ਵਿੱਚ ਹਲਕੇ ਹੁੰਦੇ ਹਨ ਅਤੇ ਚੱਲਣ ਵੇਲੇ ਕਾਫੀ ਹੱਦ ਤੱਕ ਠੰਡੇ ਰਹਿੰਦੇ ਹਨ। ਭਾਵ ਕਿ ਜ਼ਿਆਦਾ ਦੇਰ ਤੱਕ ਲਗਾਤਾਰ ਗੱਡੀ ਚਲਾਉਂਦੇ ਹੋਏ ਵੀ ਇਹ ਟਾਇਰ ਜਲਦੀ ਗਰਮ ਨਹੀਂ ਹੁੰਦੇ ਅਤੇ ਜ਼ਿਆਦਾ ਪਕੜ ਕੇ ਰੋਡ ਦੇ ਨਾਲ ਜ਼ਿਆਦਾ ਸਹੀ ਤਰੀਕੇ ਨਾਲ ਚੱਲਦੇ ਹਨ ਤਾਂ ਕਿ ਗੱਡੀ ਦੀ ਪਕੜ ਜ਼ਿਆਦਾ ਮਜ਼ਬੂਤ ਹੋ ਸਕੇ। ਦੂਸਰਾ ਜਿਹੜਾ ਫਾਇਦਾ ਹੈ ਇਹ ਲੌਂਗ ਪੀਰੀਅਡ ਤੱਕ ਅਗਰ ਇਸ ਵਿੱਚ ਕਿਸੇ ਕਿੱਲ ਜਾਂ ਕਿਸੇ ਪੱਥਰ ਦੇ ਕਰਕੇ ਪੰਚਰ ਹੋ ਜਾਵੇ ਤਾਂ ਇਹ ਕਾਫੀ ਜ਼ਿਆਦਾ ਸਮੇਂ ਤੱਕ ਜਿਹੜੀ ਹਵਾ ਨੂੰ ਟਾਇਰ ਦੇ ਅੰਦਰ ਰੋਕ ਕੇ ਰੱਖਦੇ ਹੈ ਜਿਸ ਨਾਲ ਕੀ ਹੈ ਕਾਫੀ ਹੱਦ ਤੱਕ ਅਸੀਂ ਗੱਡੀ ਨੂੰ ਡਰਾਈਵ ਕਰਕੇ ਮਕੈਨਿਕ ਕੋਲ ਪਹੁੰਚਾਉਣ ਵਾਸਤੇ ਸਾਨੂੰ ਕਾਫੀ ਜ਼ਿਆਦਾ ਟਾਈਮ ਦੇ ਦਿੰਦੇ ਹਨ। ਇਸ ਤੋਂ ਇਲਾਵਾ ਜਿਹੜਾ ਤੀਸਰਾ ਇਹਦਾ ਫਾਇਦਾ ਹੈ ਉਹ ਇਹ ਹੈ ਕਿ ਇਸ ਜਿਹੜਾ ਪੰਕਚਰ ਹੋਇਆ ਟਾਇਰ ਹੈ ਇਸ ਨੂੰ ਬਿਨਾਂ ਵਾਹਨ ਤੋਂ ਉਤਾਰੇ ਤੁਸੀਂ ਰਿਪੇਅਰ ਆਸਾਨੀ ਨਾਲ ਕਰ ਸਕਦੇ ਹੋ। ਚੌਥਾ ਜੋ ਫਾਇਦਾ ਹੈ ਇਸ ਦੇ ਵਿੱਚ ਛੋਟਾ ਅਗਰ ਕੋਈ ਬਹੁਤ ਹੀ ਮਾਈਨਰ ਜਾਂ ਪੰਕਚਰ ਹੋਇਆ ਤਾਂ ਉਸ ਨੂੰ ਤੁਸੀਂ ਰਬੜ ਪਲੱਗ ਦੀ ਸਹਾਇਤਾ ਨਾਲ ਆਸਾਨੀ ਨਾਲ ਬਹੁਤ ਹੀ ਸਸਤੇ ਅਤੇ ਵਧੀਆ ਤਰੀਕੇ ਨਾਲ ਤੁਸੀਂ ਰਿਪੇਅਰ ਕਰ ਸਕਦੇ ਹੋ। ਪੰਕਚਰ ਹੋਈ ਟਿਊਬ ਇੱਕ ਐਸੀ ਕੰਡੀਸ਼ਨ ਹੈ ਜਿਸ ਦੇ ਵਿੱਚ ਟਾਇਰ ਅਤੇ ਟਿਊਬ ਦੇ ਵਿੱਚ ਕਿਸੇ ਪੱਥਰ, ਕਿੱਲ ਜਾਂ ਕਿਸੇ ਹੋਰ ਨੁਕੀਲੀ ਚੀਜ਼ ਨਾਲ ਉਹਦੇ ਵਿੱਚ ਹੋਲ ਹੁੰਦਾ ਹੈ ਜਿਸ ਨਾਲ ਸਾਰੀ ਹਵਾ ਇੱਕਦਮ ਨਿਕਲ ਜਾਂਦੀ ਹੈ। ਉਸ ਸਥਿਤੀ ਦੇ ਵਿੱਚ ਜੋ ਹੈ ਟਾਇਰ ਪੂਰਾ ਤਰ੍ਹਾਂ ਜ਼ਮੀਨ ਦੇ ਨਾਲ ਫਲੈਟ ਹੋ ਜਾਂਦਾ ਹੈ ਅਤੇ ਇਹ ਚੱਲਣ ਦੇ ਕਾਬਿਲ ਨਹੀਂ ਰਹਿੰਦਾ। ਇਹ ਕੰਡੀਸ਼ਨ ਹੈ ਕਈ ਕਾਰਨਾਂ ਕਰਕੇ ਹੋ ਸਕਦੀ ਹੈ। ਪਹਿਲਾ ਇਸ ਦਾ ਕਾਰਨ ਹੈ ਕਿ ਟਾਇਰ ਦੇ ਵਿੱਚ ਕੋਈ ਨੁਕੀਲੀ ਚੀਜ਼ ਜਿਵੇਂ ਕਿੱਲ, ਸਟੋਨ, ਕੋਈ ਪੱਥਰ ਜਾਂ ਕੋਈ ਮਾਧਿਅਮ ਹੋਵੇ ਜਿਹਦੇ ਨਾਲ ਕਿ ਉਹਦੇ ਵਿੱਚ ਹੋਲ ਹੋ ਜਾਵੇ ਅਤੇ ਸਾਰੀ ਹਵਾ ਬਾਹਰ ਨਿਕਲ ਜਾਵੇ। ਦੂਸਰਾ ਪੁਆਇੰਟ ਇਹ ਹੈ ਕਿ ਜਿਹੜਾ ਤੁਹਾਡਾ ਵਾਲਵ ਹੈ ਜਿਹਦੇ ਰਾਹੀਂ ਹਵਾ ਅੰਦਰ ਭਰੀ ਜਾਂਦੀ ਹੈ ਅਗਰ ਉਹ ਕੋਈ ਲੀਕੇਜ ਹੋਵੇ ਜਾਂ ਉਹ ਫਟ ਜਾਵੇ। ਤੀਸਰਾ ਜਿਹੜਾ ਪੁਆਇੰਟ ਹੈ ਤੁਹਾਡਾ ਖਰਾਬ ਰਿਮ।
ਇਹਨਾਂ ਤਿੰਨਾਂ ਕਾਰਨਾਂ ਤੋਂ ਇਲਾਵਾ ਵੀ ਹੋਰ ਕਈ ਤਰ੍ਹਾਂ ਦੇ ਕਾਰਨ ਹੁੰਦੇ ਆ ਜਿਹਦੇ ਨਾਲ ਕਿ ਟਿਊਬ ਪੰਕਚਰ ਹੋ ਜਾਂਦੀ ਹੈ ਅਤੇ ਉਹਦੇ ਵਿੱਚੋਂ ਸਾਰੀ ਹਵਾ ਨਿਕਲ ਜਾਂਦੀ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਟਿਊਬ ਜੋ ਪੰਚਰ ਹੋਈ ਹੈ ਉਸ ਨੂੰ ਰਿਪੇਅਰ ਕਰਨ ਦੇ ਤਰੀਕੇ। ਟਿਊਬ ਜੋ ਪੰਚਰ ਹੋਈ ਹੈ ਜਾਂ ਟਾਇਰ ਪੰਚਰ ਹੋਇਆ, ਇਸ ਨੂੰ ਰਿਪੇਅਰ ਕਰਨ ਦੇ ਦੋ ਤਰੀਕੇ ਹਨ, ਠੰਡਾ ਪੈਚ ਵਿਧੀ ਅਤੇ ਗਰਮ ਪੈਚ ਵਿਧੀ। ਪਹਿਲਾਂ ਅਸੀਂ ਗੱਲ ਕਰਾਂਗੇ ਜੋ ਇਸ ਬਾਰੇ ਗੱਲ ਕਰਨੀ ਹੈ ਉਹ ਹੈ ਠੰਡਾ ਪੈਚ ਵਿਧੀ। ਇਸ ਵਿਧੀ ਦੇ ਵਿੱਚ ਸਭ ਤੋਂ ਪਹਿਲਾਂ ਵਾਹਨ ਨੂੰ ਸਮਤਲ ਜਗ੍ਹਾ 'ਤੇ ਖੜ੍ਹਾ ਕੀਤਾ ਜਾਂਦਾ ਹੈ। ਵੀਲ ਪਾਨੇ ਦੀ ਸਹਾਇਤਾ ਨਾਲ ਉਸ ਦੇ ਵੀਲ ਨਟ ਖੋਲ੍ਹੇ ਜਾਂਦੇ ਹਨ। ਫਿਰ ਉਸ ਵੀਲ ਨੂੰ ਵਾਹਨ ਤੋਂ ਅਲੱਗ ਕੀਤਾ ਜਾਂਦਾ ਹੈ। ਅਲੱਗ ਕਰਨ ਤੋਂ ਬਾਅਦ ਉਸ ਟਾਇਰ ਦੇ ਵਿੱਚੋਂ ਟਿਊਬ ਕੱਢੀ ਜਾਂਦੀ ਹੈ। ਇਸ ਟਿਊਬ ਕੱਢਣ ਤੋਂ ਬਾਅਦ ਟਿਊਬ ਦੇ ਵਿੱਚ ਦੁਬਾਰਾ ਹਵਾ ਭਰੀ ਜਾਂਦੀ ਹੈ ਅਤੇ ਇਸ ਨੂੰ ਕਿਸੇ ਪਾਣੀ ਦੇ ਡੱਬੇ ਜਾਂ ਪਾਣੀ ਦੇ ਕੰਟੇਨਰ ਦੇ ਵਿੱਚ ਡੁਬਾ ਕੇ ਇਸ ਦੀ ਲੀਕੇਜ ਚੈੱਕ ਕੀਤੀ ਜਾਂਦੀ ਹੈ ਅਤੇ ਪੈਂਚਰ ਨੂੰ ਲੱਭਿਆ ਜਾਂਦਾ ਹੈ। ਜਦੋਂ ਵੀ ਪੈਂਚਰ ਲੱਭ ਜਾਂਦਾ ਹੈ ਉਸ ਦੇ ਵਿੱਚ ਪਾਣੀ ਤੋਂ ਬਾਹਰ ਕੱਢਣ ਤੋਂ ਉਸ ਜਗ੍ਹਾ 'ਤੇ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿਸ ਜਗ੍ਹਾ 'ਤੇ ਪੰਚਰ ਹੋਇਆ ਹੈ। ਫਿਰ ਉਸ ਨੂੰ ਚੰਗੀ ਤਰ੍ਹਾਂ ਰੇਗਮਾਰਕ ਨਾਲ ਜਾਂ ਕਿਸੇ ਹੋਰ ਰਗੜਨ ਵਾਲੀ ਚੀਜ਼ ਨਾਲ ਸਾਫ਼ ਕੀਤਾ ਜਾਂਦਾ ਹੈ, ਉਸ ਹੋਲ ਨੂੰ ਅਤੇ ਉਸ ਦੇ ਸਰਾਊਂਡਿੰਗ ਏਰੀਆ ਨੂੰ। ਉਸ ਤੋਂ ਬਾਅਦ ਪੰਚਰ ਵਾਲੀ ਜਗ੍ਹਾ ਅਤੇ ਉਸ ਦੇ ਆਲੇ ਦੁਆਲੇ ਕੋਈ ਵੀ ਐਡਹੈਸਿਵ ਜਾਂ ਚਿਪਕਾਉਣ ਵਾਲੀ ਚੀਜ਼ ਜੋ ਕਿ ਮਜ਼ਬੂਤੀ ਨਾਲ ਉਸ ਨੂੰ ਚਿਪਕਾਵੇ, ਉਹ ਸਾਰੀ ਆਸੇ ਪਾਸੇ ਲਗਾਈ ਜਾਂਦੀ ਹੈ। ਫਿਰ ਜੋ ਪੰਕਚਰ ਇੱਕ ਰਬੜ ਦੀ ਟਿਊਬ ਵਰਗਾ ਛੋਟਾ ਜਿਹਾ ਪੰਚਰ ਬਣਿਆ ਬਣਾਇਆ ਮਾਰਕੀਟ 'ਚੋਂ ਮਿਲਦਾ ਹੈ, ਉਸ ਨੂੰ ਪੰਕਚਰ ਹੋਈ ਥਾਂ 'ਤੇ ਸਹੀ ਤਰੀਕੇ ਨਾਲ ਲਗਾਇਆ ਜਾਂਦਾ, ਉਹਦੇ ਸਰਾਊਂਡਿੰਗ ਏਰੀਆ ਨੂੰ ਵੀ ਕਵਰ ਕਰਕੇ ਚਿਪਕਾ ਦਿੱਤਾ ਜਾਂਦਾ ਹੈ ਅਤੇ ਕੁਝ ਟਾਈਮ ਲਈ ਉਹਦੇ 'ਤੇ ਕੁਝ ਹਲਕਾ ਜਿਹਾ ਦਬਾਅ ਪਾ ਕੇ ਉਹਨੂੰ ਚੰਗੀ ਤਰ੍ਹਾਂ ਚਿਪਕਾਇਆ ਜਾਂਦਾ ਹੈ ਤਾਂ ਕਿ ਇਸ ਦੀ ਪਕੜ ਟਿਊਬ ਦੇ ਨਾਲ ਬਹੁਤ ਹੀ ਚੰਗੀ ਤਰ੍ਹਾਂ ਹੋ ਜਾਏ। ਉਸ ਤੋਂ ਬਾਅਦ ਟਿਊਬ ਦੇ ਵਿੱਚ ਦੁਬਾਰਾ ਹਵਾ ਭਰੀ ਜਾਂਦੀ ਹੈ ਤਾਂ ਕਿ ਚੈੱਕ ਕੀਤਾ ਜਾ ਸਕੇ ਕਿ ਇਸ ਦੇ ਵਿੱਚ ਕੋਈ ਹਵਾ ਦੀ ਲੀਕੇਜ ਹੋਰ ਹੈ ਜਾਂ ਨਹੀਂ ਹੈ, ਜਾਂ ਹੋਰ ਪੰਚਰ ਹੈ ਜਾਂ ਨਹੀਂ ਹੈ। ਇਸ ਲੀਕੇਜ ਨੂੰ ਚੈੱਕ ਕਰਨ ਦਾ ਵੀ ਪ੍ਰੋਸੀਜਰ ਉਹੀ ਹੈ ਕਿ ਪਾਣੀ ਦੇ ਟੈਂਕ ਦੇ ਵਿੱਚ ਇਸ ਨੂੰ ਪਾਣੀ ਦੇ ਕਿਸੇ ਕੰਟੇਨਰ ਦੇ ਵਿੱਚ ਇਹਨੂੰ ਡੁਬੋ ਕੇ ਦੇਖਣਾ। ਅਗਰ ਤਾਂ ਇਸ ਦੇ ਪੈਂਚਰ ਹੈ ਤਾਂ ਇਸ ਪੈਂਚਰ ਨੂੰ ਦੁਬਾਰਾ ਰਿਪੇਅਰ ਕਰਨਾ, ਅਗਰ ਨਹੀਂ ਹੈ ਤਾਂ ਹਵਾ ਕੱਢਣ ਤੋਂ ਬਾਅਦ ਇਸ ਨੂੰ ਟਾਇਰ ਦੇ ਵਿੱਚ ਦੁਬਾਰਾ ਪਹਿਲੇ ਵਾਲਾ ਪ੍ਰੋਸੀਜਰ ਫੋਲੋ ਕਰਕੇ ਬੰਦ ਕਰ ਦੇਣਾ। ਦੂਸਰੀ ਵਿਧੀ ਹੈ ਜੋ ਅਸੀਂ ਪੰਚਰ ਦੀ ਮੁਰੰਮਤ ਕਰਨ ਲਈ ਵਰਤਦੇ ਹਾਂ, ਉਸ ਨੂੰ ਕਿਹਾ ਜਾਂਦਾ ਹੈ ਗਰਮ ਪੈਚ ਵਿਧੀ। ਗਰਮ ਪੈਚ ਵਿਧੀ ਵਿੱਚ ਇੱਕ ਮਸ਼ੀਨ ਵਰਤੀ ਜਾਂਦੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਵਲਕਨਾਈਜ਼ਿੰਗ ਮਸ਼ੀਨ। ਇਸ ਮਸ਼ੀਨ ਦੇ ਵਿੱਚ ਪੰਚਰ ਲਗਾਉਣ ਲਈ ਟਿਊਬ ਨੂੰ ਉਸ ਦੇ ਉੱਪਰ ਪੰਚਰ ਲਗਾ ਕੇ ਗਰਮ ਕੀਤਾ ਜਾਂਦਾ ਹੈ। ਇਸ ਦਾ ਪ੍ਰੋਸੀਜਰ ਵੀ ਟਾਇਰ ਨੂੰ ਰਬੜ ਨੂੰ ਅਲੱਗ ਕਰਨ ਤੱਕ ਪਹਿਲੇ ਵਾਲਾ ਹੀ ਹੈ। ਜਦੋਂ ਇਸ ਦਾ ਵਿੱਚ ਟਿਊਬ ਦੇ ਵਿੱਚ ਅਸੀਂ ਪੰਚਰ ਲੱਭ ਲਿਆ ਜਾਂਦਾ ਹੈ, ਉਸ ਤੋਂ ਬਾਅਦ ਇਸ ਨੂੰ ਪੰਚਰ ਵਾਲੀ ਜਗ੍ਹਾ ਨੂੰ ਰੇਗਮਾਰਕ ਨਾਲ ਸਾਫ਼ ਕੀਤਾ ਜਾਂਦਾ ਹੈ ਅਤੇ ਦੁਬਾਰਾ ਪਹਿਲੇ ਵਾਂਗ ਹੀ ਇਸ ਦੇ ਆਸੇ ਪਾਸੇ ਅਤੇ ਸਰਾਊਂਡਿੰਗ ਏਰੀਏ ਵਿੱਚ ਜਿਵੇਂ ਜਿੱਥੇ ਹੋਲ ਹੈ ਉਹਦੇ ਆਲੇ ਦੁਆਲੇ ਐਡਹੈਸਿਵ ਜਾਂ ਕੋਈ ਸੋਲੂਸ਼ਨ ਲਗਾਇਆ ਜਾਂਦਾ ਹੈ। ਉਸ ਤੋਂ ਬਾਅਦ ਇੱਕ ਸਪੈਸ਼ਲ ਕਿਸਮ ਦੀ ਸ਼ੀਟ ਰੋਲ ਆਉਂਦਾ ਹੈ ਰਬੜ ਦਾ, ਜੋ ਕਿ ਗਰਮ ਪੈਚ ਵਿਧੀ ਲਈ ਹੀ ਵਰਤਿਆ ਜਾਂਦਾ ਹੈ। ਉਸ ਦਾ ਇੱਕ ਟੁਕੜਾ ਕੱਟਿਆ ਜਾਂਦਾ ਹੈ ਅਤੇ ਉਸ ਟੁਕੜੇ ਨੂੰ ਪੰਚਰ ਵਾਲੀ ਜਗ੍ਹਾ ਦੇ ਉੱਪਰ ਰੱਖਿਆ ਜਾਂਦਾ ਹੈ ਅਤੇ ਚਿਪਕਾ ਦਿੱਤਾ ਜਾਂਦਾ ਹੈ। ਚਿਪਕਾਉਣ ਤੋਂ ਬਾਅਦ ਇਸ ਵਲਕਨਾਈਜ਼ਿੰਗ ਮਸ਼ੀਨ ਨੂੰ ਔਨ ਕੀਤਾ ਜਾਂਦਾ ਹੈ। ਇਸ ਵਲਕਨਾਈਜ਼ਿੰਗ ਮਸ਼ੀਨ ਦੇ ਵਿੱਚ ਉਹ ਪੰਚਰ ਵਾਲਾ ਹਿੱਸਾ ਟਿਊਬ ਸਮੇਤ ਉੱਥੇ ਰੱਖਿਆ ਜਾਂਦਾ ਹੈ ਅਤੇ ਵਲਕਨਾਈਜ਼ਿੰਗ ਮਸ਼ੀਨ ਨੂੰ ਉਸ ਦੇ ਵਿੱਚ ਰੱਖ ਕੇ ਔਨ ਕੀਤਾ ਜਾਂਦਾ ਹੈ। ਟਿਊਬ ਨੂੰ 10 ਤੋਂ 15 ਮਿੰਟ ਤੱਕ ਵਲਕਨਾਈਜ਼ਿੰਗ ਮਸ਼ੀਨ ਦੇ ਵਿੱਚ ਗਰਮ ਕੀਤਾ ਜਾਂਦਾ ਹੈ। ਗਰਮ ਕਰਨ ਤੋਂ ਬਾਅਦ ਇਸ ਨੂੰ ਜਦੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਇਸ ਨੂੰ ਕੁਝ ਦੇਰ ਲਈ ਠੰਡਾ ਹੋਣ ਲਈ ਰੱਖ ਦਿੱਤਾ ਜਾਂਦਾ ਹੈ। ਠੰਡਾ ਹੋਣ ਤੋਂ ਬਾਅਦ ਇਸ ਵਿੱਚ ਜਿਹੜਾ ਵਾਲਵ ਲਗਾ ਕੇ ਟਿਊਬ ਦੇ ਵਿੱਚ ਦੁਬਾਰਾ ਹਵਾ ਭਰੀ ਜਾਂਦੀ ਹੈ। ਦੁਬਾਰਾ ਹਵਾ ਭਰਨ ਤੋਂ ਬਾਅਦ ਚੈੱਕ ਕੀਤਾ ਜਾਂਦਾ ਹੈ ਕਿ ਕੋਈ ਲੀਕੇਜ ਹੈ ਜਾਂ ਨਹੀਂ ਹੈ। ਜੇ ਤਾਂ ਲੀਕੇਜ ਹੈ ਤਾਂ ਤੁਸੀਂ ਇਸ ਪੂਰੇ ਪ੍ਰੋਸੀਜਰ ਨੂੰ ਦੁਬਾਰਾ ਅਡੋਪਟ ਕਰਨਾ ਹੈ ਜਾਂ ਦੁਬਾਰਾ ਇਸੇ ਤਰੀਕੇ ਨੂੰ ਹੀ ਫੋਲੋ ਕਰਨਾ ਹੈ। ਅਗਰ ਕਿਸੇ ਵੀ ਕਿਸਮ ਦੀ ਕੋਈ ਲੀਕੇਜ ਨਹੀਂ ਹੈ ਤਾਂ ਟਿਊਬ ਨੂੰ ਹੈ ਜੋ ਟਾਇਰ ਦੇ ਵਿੱਚ ਉਸੇ ਤਰ੍ਹਾਂ ਪਾ ਦੇਣਾ ਹੈ
ਜਾਂ ਉਹਦੇ ਵਿੱਚ ਫਿੱਟ ਕਰ ਦੇਣਾ। ਉਸ ਤੋਂ ਬਾਅਦ ਆਉਂਦਾ ਹੈ ਟਿਊਬਲੈਸ ਟਾਇਰ। ਟਿਊਬਲੈਸ ਟਾਇਰ ਦੇ ਵਿੱਚ ਅਗਰ ਕੋਈ ਪੰਚਰ ਹੋ ਜਾਵੇ ਤਾਂ ਉਸ ਦੀ ਰਿਪੇਅਰ ਕਿੱਦਾਂ ਕਰਨੀ ਹੈ। ਟਿਊਬਲੈਸ ਟਾਇਰ ਦੇ ਵਿੱਚ ਪੰਕਚਰ ਜਦੋਂ ਹੋ ਜਾਵੇ ਤਾਂ ਉਸ ਨੂੰ ਰਿਪੇਅਰ ਕਰਨ ਲਈ ਕੁਝ ਖਾਸ ਕਿਸਮ ਦੇ ਇੰਸਟਰੂਮੈਂਟ ਜਾਂ ਮਟੀਰੀਅਲ ਵਰਤਿਆ ਜਾਂਦਾ ਹੈ। ਜਿਵੇਂ ਪਹਿਲੇ ਨੰਬਰ 'ਤੇ ਹੈ ਬੋਡਕਿਨ। ਇਹਨੂੰ ਤੁਸੀਂ ਕਹਿ ਸਕਦੇ ਹੋ ਨੋਕੀਲੀ ਤਿੱਖੀ ਸੂਈ ਵਰਗਾ ਇੱਕ ਹੁੱਕ ਟਾਈਪ ਹੁੰਦੀ ਹੈ ਚੀਜ਼, ਜਿਹਦੇ ਨਾਲ ਕਿ ਹੈਂਡਲ ਵੀ ਲੱਗਾ ਹੁੰਦਾ। ਦੂਸਰੀ ਹੁੰਦੀ ਹੈ ਵਾਇਰ ਬਰਸ਼। ਤੀਸਰਾ ਹੈ ਕੋਲਡ ਪੈਚ ਐਡਹੈਸਿਵ ਮੀਨਸ ਕਿ ਸੋਲੂਸ਼ਨ। ਚੌਥਾ ਹੈ ਰਬਰ ਪਲੱਗ। ਰਬਰ ਪਲੱਗ ਇਸ ਦਾ ਮੇਨ ਕੰਪੋਨੈਂਟ ਹੈ। ਮੇਨ ਕੰਪੋਨੈਂਟ ਭਾਵ ਇਹ ਪੰਚਰ ਲਗਾਉਣ ਦਾ ਪੰਚਰ ਹੈ ਜਿਹੜਾ ਅਸੀਂ ਟਿਊਬ ਵਾਲੇ ਟਾਇਰ ਦੇ ਵਿੱਚ ਪੰਚਰ ਲਗਾਉਂਦੇ ਹਾਂ, ਇਹਦੇ ਵਿੱਚ ਅਸੀਂ ਰਬਰ ਪਲੱਗ ਯੂਜ਼ ਕਰਦੇ ਹਾਂ। ਜਦੋਂ ਟਿਊਬਲੈਸ ਟਾਇਰ ਦੇ ਵਿੱਚ ਪੰਚਰ ਹੁੰਦਾ ਹੈ ਤਾਂ ਗੱਡੀ ਨੂੰ ਖੜਾ ਕੀਤਾ ਜਾਂਦਾ ਹੈ ਸਮਤਲ ਜਗ੍ਹਾ 'ਤੇ। ਖੜਾ ਕਰਨ ਤੋਂ ਬਾਅਦ ਇਸ ਨੂੰ ਜੈਕ ਲਗਾ ਕੇ ਟਾਇਰ ਨੂੰ ਥੋੜ੍ਹਾ ਜਿਹਾ ਉੱਪਰ ਚੁੱਕਿਆ ਜਾਂਦਾ ਹੈ। ਫਿਰ ਪਾਣੀ ਲਗਾ ਕੇ ਜਾਂ ਪਾਣੀ ਵਾਲੇ ਟੈਂਕ ਦਾ ਟਰੇਲ ਰੱਖ ਕੇ ਟਾਇਰ ਦੇ ਥੱਲੇ ਇਸ ਦੀ ਜਿਹੜੀ ਲੀਕੇਜ ਹੈ ਉਹ ਚੈੱਕ ਕੀਤੀ ਜਾਂਦੀ ਹੈ। ਜਿਸ ਜਗ੍ਹਾ ਤੋਂ ਵੀ ਇਹ ਲੀਕੇਜ ਹੁੰਦੀ ਹੈ ਹਵਾ ਦੀ, ਉਸ ਜਗ੍ਹਾ 'ਤੇ ਨਿਸ਼ਾਨ ਲਗਾਇਆ ਜਾਂਦਾ। ਉਸ ਜਗ੍ਹਾ 'ਤੇ ਨਿਸ਼ਾਨ ਲਗਾਉਣ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਕਿ ਉਸ ਏਰੀਏ ਨੂੰ ਹਲਕਾ ਜਿਹਾ ਸਾਫ਼ ਕਰਦੇ ਹਾਂ ਅਤੇ ਰੇਗ ਮਾਰਗ ਨਾਲ ਉਹਨੂੰ ਸਾਈਡਾਂ ਤੋਂ ਹਲਕਾ ਹਲਕਾ ਸਾਫ਼ ਕਰਦੇ ਹਾਂ, ਰੇਗ ਮਾਰਗ ਜਾਂ ਕਿਸੇ ਹੋਰ ਮੀਡੀਅਮ ਦੀ ਸਹਾਇਤਾ ਦੇ ਨਾਲ। ਠੀਕ, ਉਸ ਤੋਂ ਬਾਅਦ ਕੀ ਕੀਤਾ ਜਾਂਦਾ ਹੈ, ਬੋਡਕਿਨ ਲਿਆ ਜਾਂਦਾ, ਉਹਦੇ ਵਿੱਚ ਰਬੜ ਪਲੱਗ ਪਾਈ ਜਾਂਦੀ ਹੈ। ਉਸ ਰਬੜ ਪਲੱਗ ਨਾਲ ਬੋਡਕਿਨ ਹੈ ਉਸ ਨੂੰ ਉਸ ਪੰਚਰ ਹੋਏ ਹੋਲ ਦੇ ਵਿੱਚ ਚੰਗੀ ਤਰ੍ਹਾਂ ਇਨਸਰਟ ਕੀਤਾ ਜਾਂਦਾ ਟਾਇਰ ਦੇ ਅੰਦਰ ਤੱਕ। ਅੱਧਾ ਹਿੱਸਾ ਟਾਇਰ ਦੇ ਅੰਦਰ ਅਤੇ ਅੱਧਾ ਹਿੱਸਾ ਟਾਇਰ ਦੇ ਬਾਹਰ। ਉਸ ਪਲੱਗ ਨੂੰ ਪੂਰੀ ਤਰ੍ਹਾਂ ਟਾਇਰ ਦੇ ਅੰਦਰ ਕਰਨ ਤੋਂ ਬਾਅਦ ਅੱਧਾ ਹਿੱਸਾ ਪਲੱਗ ਦਾ ਟਾਇਰ ਦੇ ਅੰਦਰ ਰਹਿਣ ਦਿੱਤਾ ਜਾਂਦਾ ਅਤੇ ਅੱਧਾ ਹਿੱਸਾ ਬਾਹਰ ਕੱਢ ਲਿਆ ਜਾਂਦਾ ਹੈ। ਤਾਂ ਇਸ ਤਰ੍ਹਾਂ ਅਸੀਂ ਰਬੜ ਪਲੱਗ ਦੀ ਸਹਾਇਤਾ ਨਾਲ ਉਸ ਪੰਚਰ ਹੋਏ ਹੋਲ ਦੀ ਮੁਰੰਮਤ ਕਰਦੇ ਹਾਂ। ਅਗਰ ਜਿਹੜਾ ਤੁਹਾਡਾ ਰਬੜ ਪਲੱਗ ਹੈ ਟਾਇਰ ਤੋਂ ਬਹੁਤ ਜ਼ਿਆਦਾ ਬਾਹਰ ਹੈ ਤਾਂ ਉਸ ਨੂੰ 3 ਤੋਂ 4 mm ਜਾਂ 6 mm ਬਾਹਰ ਰਹਿਣ ਤੋਂ ਬਾਹਰ ਕੱਢ ਕੇ ਉਸ ਤੋਂ ਬਾਅਦ ਜਿਹੜੀ ਜ਼ਿਆਦਾ ਐਕਸਟਰਾ ਜਿਹੜੀ ਹੈ ਰਬੜ ਪਲੱਗ ਹੈ ਉਸ ਨੂੰ ਕੱਟ ਦਿੱਤਾ ਜਾਂਦਾ ਹੈ। ਕੱਟ ਦੇਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਦਬਾਇਆ ਜਾਂਦਾ ਹੈ ਤਾਂ ਕਿ ਉਹ ਟਾਇਰ ਦੇ ਨਾਲ ਚੰਗੀ ਤਰ੍ਹਾਂ ਮਿਲ ਕੇ ਉਸ ਜਿਹੜਾ ਪੰਕਚਰ ਹੋਇਆ ਹੋਲ ਹੈ ਉਹਨੂੰ ਪੂਰੀ ਤਰ੍ਹਾਂ ਕਵਰ ਕਰੇ ਅਤੇ ਗੈਸ ਨੂੰ ਜਿਹੜੀ ਹਵਾ ਅੰਦਰ ਭਰੀ ਹੋਈ ਆ ਉਸ ਨੂੰ ਲੀਕ ਹੋਣ ਤੋਂ ਰੋਕੇ। ਫਿਰ ਹਵਾ ਭਰੀ ਜਾਂਦੀ ਹੈ। ਹਵਾ ਭਰਨ ਤੋਂ ਬਾਅਦ ਫਿਰ ਦੁਬਾਰਾ ਪਾਣੀ ਦੀ ਸਹਾਇਤਾ ਦੇ ਨਾਲ, ਪਾਣੀ ਵਾਲੀ ਟਰੇ ਦੀ ਸਹਾਇਤਾ ਦੇ ਨਾਲ ਜਿਹੜੀ ਹੈ ਲੀਕੇਜ ਚੈੱਕ ਕੀਤੀ ਜਾਂਦੀ ਹੈ ਕਿ ਕਿਸੇ ਹੋਰ ਜਗ੍ਹਾ 'ਤੇ ਕੋਈ ਲੀਕੇਜ ਤਾਂ ਨਹੀਂ ਹੋ ਰਹੀ, ਕਿਸੇ ਹੋਰ ਜਗ੍ਹਾ 'ਤੇ ਕੋਈ ਪੈਂਚਰ ਤਾਂ ਨਹੀਂ। ਅਗਰ ਕੋਈ ਪੈਂਚਰ ਹੁੰਦਾ ਹੈ ਤਾਂ ਉਹਨੂੰ ਵੀ ਸੇਮ ਜਿਹੜਾ ਤੁਹਾਡੀ ਵਿਧੀ ਹੈ ਉਸ ਨੂੰ ਫੋਲੋ ਕਰਨ ਤੋਂ ਬਾਅਦ ਉਸ ਨੂੰ ਵਰਤ ਕੇ ਅਸੀਂ ਫਿਰ ਉਹ ਦੁਬਾਰਾ ਪੈਂਚਰ ਰਿਪੇਅਰ ਕਰ ਸਕਦੇ ਹਾਂ। ਧੰਨਵਾਦ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਿਹੜਾ ਟੌਪਿਕ ਹੈ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਧੰਨਵਾਦ।